सिस्टर क्या नाम है आपका? अंशिका। अंशिका का नाम है। कहाँ के रहने वाले हैं आप? लुधियाना से। 2 साल पहले इनकी बेटी के जो दोनों टांगों के बीच में बहुत ज्यादा तकलीफ रहनी शुरू हुई, जिसके कारण ये लंगड़ा के चलती थी। सिस्टर आप बताइए क्या हुआ था इन्हें? ਬ੍ਰਦਰ ਜੀ ਇਹਦੇ ਨਾ ਕਦੀ ਕਦੀ ਦਰਦ ਹੁੰਦੀ ਸੀ ਲੱਤ ਵਿੱਚ, ਤੇ ਅਸੀਂ ਪੇਨ ਕਿਲਰ ਦੇ ਦਿੰਦੇ ਹੁੰਦੇ ਸੀ ਅੱਧੀ ਗੋਲੀ, ਤੇ ਉਹਦੇ ਨਾਲ ਠੀਕ ਹੋ ਜਾਂਦੀ ਸੀ। ਇਦਾਂ ਚੱਲਦਾ ਰਿਹਾ ਤੇ ਬਾਅਦ ਵਿੱਚ ਨਾ 2021 ਵਿੱਚ 11 ਮਾਰਚ ਨੂੰ ਨਾ ਬਿਲਕੁਲ ਬੈੱਡ ਤੇ ਚਲੇ ਗਈ। ਤੇ ਸਾਡੇ ਘਰੋਂ ਗੈਸਟ ਆਏ ਹੋਏ ਸੀ ਤੇ ਮੈਂ ਜ਼ਿਆਦਾ ਧਿਆਨ ਨਹੀਂ ਦਿੱਤਾ, ਤੇ 12 ਤਰੀਕ ਨੂੰ ਬਿਲਕੁਲ ਬੈੱਡ ਤੋਂ ਉਤਰੀ ਨਹੀਂ ਤੇ ਬਿਲਕੁਲ ਰੁਕ ਗਈ। ਉਹਦੇ ਬਾਅਦ ਵਿੱਚ ਮੈਂ ਇਹਨੂੰ ਡਾਕਟਰ ਕੋਲ ਅਸੀਂ ਲੈ ਗਏ। ਡਾਕਟਰ ਕਹਿੰਦੇ ਕਿ ਨਾ ਥੋੜੇ ਦਿਨ ਪਹਿਲਾਂ ਇਦਾਂ ਦਾ ਪੇਸ਼ੈਂਟ ਮੇਰੇ ਕੋਲ ਆਇਆ ਸੀ, ਤੇ ਉਹ ਨਾ ਉਹਨਾਂ ਦੀ ਥੋੜੇ ਦਿਨਾਂ ਬਾਅਦ ਦੂਸਰੀ ਲੱਗ ਵੀ ਰੁਕ ਗਈ ਸੀ। ਇਸ ਕਰਕੇ ਇਹ ਪੇਸ਼ੈਂਟ ਮੈਂ ਦੇਖ ਨਹੀਂ ਸਕਦਾ, ਤੁਸੀਂ ਨਾ ਜਾਂ ਇਹਨੂੰ ਲੈ ਜਾਓ ਫੋਰਟੀ ਹਸਪੀਟਲ ਜਾਂ ਇਹਨੂੰ ਕੈਂਸਰ ਹਸਪੀਟਲ ਦਿਖਾਓ, ਇਹ ਮੇਰੇ ਬਸ ਦਾ नहीं हैगा। फिर ब्रदर जी ਅਸੀਂ ਨਾ आपकी बेटे की जो राइट टांग थी वो बिल्कुल रुक चुकी थी। हाँ जी, पूरी तरह से आपकी बेटी बेड के ऊपर चली गई थी। हाँ जी, डॉक्टर ने जवाब दे दिया था, उन्होंने बोला कि दूसरी टांग भी इसकी पूरी तरह से रुक जाएगी। हाँ जी। फिर आप कैसे इनको संभालते थे? कौन इसे कैसे आप टॉयलेट बाथरूम लेके जाते थे? कौन संभालता था इसे? ਬ੍ਰਦਰ ਜੀ ਇਹਨੂੰ ਚੁੱਕ ਕੇ ਬਾਥਰੂਮ ਕਰਵਾਉਂਦੇ ਸੀ, ਖਾਣਾ ਪੀਣਾ ਨੇ ਛੱਡ ਦਿੱਤਾ ਸੀ, ਟਾਇਲਟ ਤੇ ਜਾਂਦੀ ਨਹੀਂ ਸੀ। ਜਦੋਂ ਵੀ ਇਹਨੂੰ ਵਾਸ਼ਰੂਮ ਲੈ ਕੇ ਜਾਂਦੇ ਸੀ ਇਹਨੂੰ ਗੋਦੀ ਵਿੱਚ ਉਠਾਉਣਾ ਪੈਂਦਾ ਸੀ, ਤੇ ਆਪਾਂ ਸਵੇਰੇ ਕਿਤੇ ਕਿਸੇ ਡਾਕਟਰ ਕੋਲ ਲੈ ਕੇ ਜਾਂਦੇ ਸੀ, ਸ਼ਾਮ ਨੂੰ ਕਿਸੇ ਕੋਲ ਲੈ ਕੇ ਜਾਂਦੇ ਸੀ, ਦੁਪਹਿਰ ਨੂੰ ਕਿਸੇ ਕੋਲ ਲੈ ਕੇ ਜਾਂਦੇ ਸੀ। ਕਿਸੇ ਵੀ ਡਾਕਟਰ ਨੂੰ ਕੋਈ ਸਮਝ ਨਹੀਂ ਆਉਂਦਾ ਸੀ ਕਿ ਇਹਨੂੰ ਕੀ ਗੱਲ ਹੈ। और ऐसे कर करके कितने डॉक्टर कितने हॉस्पिटल चेंज करके देख लिए थे? ਬ੍ਰਦਰ ਜੀ ਅਸੀਂ 3 ਡਾਕਟਰ ਵੱਡੇ ਵੱਡੇ ਦੇਖੇ ਸੀ, ਇੱਕ ਹੱਡੀਆਂ ਵਾਲੇ ਸੀ, ਤੇ ਸਾਰੇ ਆਪਣਾ ਆਪਣਾ ਟ੍ਰੀਟਮੈਂਟ ਕਰਦੇ ਸੀ, ਤੇ ਉਹ ਕਿਸੇ ਨੂੰ ਸਮਝ ਨਹੀਂ ਆਉਂਦਾ ਸੀ। ਤੇ ਇਸ ਕਰਕੇ ਨਾ ਮੈਂ ਜਿੰਨਾ ਵੀ ਪੈਸਾ ਸੀ 3-4 ਦਿਨ ਵਿੱਚ ਅਸੀਂ ਸਾਰਾ ਲਗਾ ਦਿੱਤਾ ਸੀ। ਉਹਦੇ ਬਾਅਦ ਮੈਂ ਨਿਰਾਸ਼ ਹੋ ਗਈ। आप क्या सोचते थे कि आपकी बेटी बेड के ऊपर पड़ी है? आपके मन में क्या आता था उस समय? ਬ੍ਰਦਰ ਜੀ ਇਹੋ ਜੀ ਹਾਲਤ ਇਹਦੀ ਪਹਿਲੀ ਵਾਰ ਹੋਈ ਸੀ ਤੇ ਅਸੀਂ ਬਹੁਤ ਜ਼ਿਆਦਾ ਡਰ ਗਏ ਸੀ। ਫਿਰ ਅਸੀਂ 6-7 ਦਿਨ ਬਿਲਕੁਲ ਰਾਤ ਦਿਨ ਰੋਂਦੇ ਰਹਿਣਾ, ਇਹਦੇ ਲਾਗੇ ਬੈਠੇ ਰਹਿਣਾ। ਮੇਰੇ ਘਰ ਕੋਈ ਖਾਣਾ ਨਹੀਂ ਸੀ ਬਣਦਾ ਹੁੰਦਾ, ਚਾਹ ਪਾਣੀ ਕੁਛ ਨਹੀਂ ਬਣਦਾ ਹੁੰਦਾ ਸੀ, ਇੰਨੀ ਬਿਮਾਰ ਹੋ ਗਈ ਸੀ ਇਹ। ਫਿਰ ਬ੍ਰਦਰ ਜੀ ਇੱਕ ਦਿਨ ਨਾ ਮੈਂ ਆਪਣੇ ਬ੍ਰਦਰ, ਉਹ ਜੋ ਮਸੀਹ ਦੇ ਵਿੱਚ ਹੈ ਮੇਰੇ ਤੋਂ ਪਹਿਲਾਂ ਦੇ ਆ, ਉਹਨਾਂ ਨੂੰ ਨਾ ਮੈਂ ਰਾਤੀ 1 ਵਜੇ ਫੋਨ ਕੀਤਾ। ਮੈਂ ਕਿਹਾ ਬ੍ਰਦਰ, ਮੈਂ ਕਿਹਾ ਇਹਦੇ ਨਾ ਕਾਕੇ ਇਹਦੇ ਪ੍ਰੇਅਰ ਕਰਦੇ। ਮੈਂ ਕਿਹਾ ਅੱਜ 6-7 ਦਿਨ ਹੋ ਗਏ ਮੈਨੂੰ ਸੁੱਤੇ ਹੋਏ, ਮੈਨੂੰ ਬਹੁਤ ਜ਼ਿਆਦਾ ਨੀਂਦ ਆਉਂਦੀ ਪਈ ਹੈ, ਹੋਰ ਤੇ ਕੋਈ ਇਹਦੇ ਲਾਗੇ ਬਹਿੰਦਾ ਨਹੀਂ ਹੈ। ਤੇ ਮੈਂ ਕਿਹਾ ਮੈਨੂੰ ਨਾ ਅੱਜ ਨੀਂਦ ਦੇ ਝਟਕੇ ਜੇ ਲੱਗਦੇ ਪਏ, ਤੇ ਮੈਂ ਕਿਹਾ ਤੂੰ ਇਹਨੂੰ ਪ੍ਰੇਅਰ ਕਰ ਦੇ, ਥੋੜੀ ਜਿਹੀ ਟਿਕ ਜਾਏਗੀ। ਕਹਿੰਦਾ ਠੀਕ। हाँ जब आपको यीशु मसीह के बारे में बताया गया, आपको चर्च के बारे में पता लगा, तो 21 मार्च 2021 को संडे मीटिंग में आप पहली बार अपनी बेटी को लेके चर्च में आए थे। हाँ जी ब्रदर जी। और जब चर्च में पहली बार लाया गया था तो व्हीलचेयर के जरिए चर्च में लाया गया था इन्हें, क्योंकि अपने आप आपकी बेटी ना तो खड़ी हो पाती थी ना चल पाती थी। और जब इन्होंने अपनी बेटी को जब चर्च में लाए तो इनको इमरजेंसी सेक्शन में बिठाया गया, और जब परमेश्वर के दास ने स्पेशल यहाँ से प्रेयर की हीलिंग के लिए, चंगाई के लिए, आइए हम अपनी स्क्रीन के ऊपर उस प्रार्थना को देखते हैं एक बार। हर तरह का रोग कमांड कर दो, निकल जाए यीशु मसीह के नाम में। हर तरह की हड्डी का रोग कमांड कर दो, निकल जाए यीशु मसीह के नाम में। होली गोस्ट फायर आपके घुटनों के ऊपर, होली गोस्ट फायर आपकी हड्डियों के ऊपर, होली गोस्ट फायर, होली गोस्ट फायर, होली गोस्ट। जब परमेश्वर के दास ने ये हीलिंग प्रेयर की, चंगाई के लिए प्रेयर की, जब आपने इस प्रेयर को रिसीव किया अपनी बेटी के लिए, क्या हुआ इसे उस समय? ਸਰ ਜੀ ਇਹ ਨਾ ਇੱਕਦਮ ਹੀ ਮਤਲਬ ਕਿ ਇਹਦੀ ਲੱਤ ਏਦਾਂ ਜੁੜ ਗਈ ਸੀ, ਤੇ ਜਦੋਂ ਇਹ ਪ੍ਰੇਅਰ ਸ਼ੁਰੂ ਕੀਤੀ ਤੇ ਹਜੇ ਵਰਸ਼ ਵੀ ਚੱਲਦੀ ਪਈ ਤੇ ਇਹਦੀ ਨਾ ਥੋੜੀ ਥੋੜੀ ਲੱਤ ਖੁੱਲਣਾ ਸ਼ੁਰੂ ਹੋ ਗਈ। ਤੇ ਜਦੋਂ ਪਰਮੇਸ਼ਵਰ ਦੇ ਦਾਸ ਨੇ ਜਦੋਂ ਪ੍ਰੇਅਰ ਕੀਤੀ ਤਾਂ ਇਹ ਰਿਸੀਵ ਕੀਤੀ, ਤੇ ਇੱਕਦਮ ਹੀ ਇਹ ਨਾ ਚੁਲਣਾ ਸ਼ੁਰੂ ਕਰ ਰਹੀ, ਨਾਲੇ ਰੋਈ ਜਾਵੇ ਖੁਸ਼ੀ ਨਾਲ, ਮੰਮਾ ਮੇਰੀ ਲੱਤ ਠੀਕ ਹੋ ਗਈ, ਸਾਰੀ ਦਰਦ ਗਾਇਬ ਹੋ ਗਈ। ਤੇ ਅਸੀਂ ਬ੍ਰਦਰ ਜੀ ਸਾਰੇ ਜਣੇ ਰੋਣਾ ਸ਼ੁਰੂ ਕਰ ਦਿੱਤਾ ਖੁਸ਼ੀ ਦੇ ਨਾਲ। ਫਿਰ ਅਸੀਂ ਵਲੰਟੀਅਰ ਨੂੰ ਦੱਸਿਆ ਕਿ ਮੇਰੀ ਬੇਟੀ ਠੀਕ ਹੋ ਗਈ। ਫਿਰ ਅਸੀਂ ਅੱਗੇ ਆਏ, ਅਸੀਂ पुलपुट ਤੇ ਗਵਾਹੀ ਦਿੱਤੀ। तारीफ करें सब, जोर से जीवित परमेश्वर के नाम को महिमा दें, जोर से परमेश्वर का थैंक्स करें इस हीलिंग के लिए। और जिस दिन इन्होंने प्रेयर को रिसीव किया उसी दिन परमेश्वर की आत्मा ने इनकी बेटी को छुआ, चंगाई हुई, हीलिंग मिली, आगे पुलपिट के ऊपर आए अपनी गवाही देने के लिए। तो आइए पहले हम इनकी इंस्टेंट दी गई उस गवाही को भी एक बार देखते हैं। अपोस्टल, ये बेटी अनुष्का इसका नाम, और ये 1 साल से इस बेटी के जो लेग है इसमें तकलीफ रहने लगी और चलते चलते गिर जाती
जाती थी और पिछले कुछ महीनों से तो इतनी बढ़ गई कि ये चल नहीं पाते थे। व्हील चेयर के साथ इनके पिता आज पहले संडे चर्च लेकर आए थे। किसी ने बताया कि वहां पर बहुत हीलिंग होती है, तो ये फादर अपनी बेटी को व्हील चेयर के ऊपर लेकर आए थे, लेकिन मास में परमेश्वर के आत्मा ने छुआ और व्हील चेयर को छोड़ा और चल पा रही है। चलो चलो चलो। बीमारियां छोड़ जाती हैं, कमजोरियां मुस्कुराती हैं, बीमारियां छोड़ जाती हैं, कमजोरियां मुस्कुराती हैं। तारीफ करें सब जोर से, थैंक यू जीसस बोलते हुए सब परमेश्वर के नाम को महिमा दें। हालेलुया हालेलुया हालेलुया। आप ये बताइए कि अभी आपकी बेटी कितने समय से बिल्कुल ठीक है अभी? ਸਰ ਜੀ ਨਾਲੇ ਮੈਂ ਨਾ ਤੁਹਾਡੇ ਅੱਗੇ ਰਿਕੁਐਸਟ ਕਰਨੀ ਹੈ ਕਿ ਮੈਂ ਗੱਲ ਹੋਰ ਦੱਸਣਾ ਚਾਹਨੀ, ਜਿਹੜਾ ਮੇਰੇ ਨਾਲ ਉਸ ਦਿਨ ਚਮਤਕਾਰ ਹੋਇਆ ਸੀ, ਮੈਂ ਚਾਹਨੀ ਹਾਂ ਕਿ ਇਹ ਚਮਤਕਾਰ ਸਾਰੀ ਦੁਨੀਆ ਸੁਣੇ, ਕਿਉਂਕਿ ਉਸ ਦਿਨ ਮੇਰੇ ਨਾਲ ਕੁਝ ਐਸਾ ਜਿਹਾ ਹੋਇਆ ਕਿ ਜਦੋਂ ਮੈਂ ਆਪਣੀ ਗੁੜੀਆ ਨੂੰ ਪਹਿਲੀ ਵਾਰ ਲੈ ਕੇ ਆਈ ਸੀ ਨਾ, ਮੇਰੇ ਹਸਬੈਂਡ ਨੇ ਮੇਰੇ ਨਾਲ ਬਹੁਤ ਲੜਾਈ ਕੀਤੀ ਸੀ। ਕਹਿੰਦੇ ਤੂੰ ਸਿਆਣ ਬਣਨ ਚੱਲੀ ਹੈ ਖਾਂਬਰਾ ਚਰਚ ਵਿੱਚ, ਤੇਰਾ ਪਰਿਵਾਰ ਸਾਰਾ ਮਸੀਹ ਦੇ ਵਿੱਚ ਹੈ ਤੇ ਤੂੰ ਸਿਆਣ ਬਣਨ ਚੱਲੀ ਹੈ। ਤੇ ਮੈਂ ਉਹਨੂੰ ਕਿਹਾ ਕੋਈ ਗੱਲ ਨਹੀਂ, ਮੈਂ ਕਿਹਾ ਤੂੰ ਮੈਨੂੰ ਸਿਆਣੀ ਬਣਨ ਦੇ, ਤੂੰ ਮੈਨੂੰ ਲੈ ਜਾਓ ਇੱਕ ਵਾਰੀ ਗੁੜੀਆ ਨੂੰ ਚੁੱਕ ਕੇ। ਫਿਰ ਨਾ ਬ੍ਰਦਰ ਜੀ ਮੈਂ ਆਈ ਸ਼ਾਮ ਨੂੰ 4 ਵਜੇ ਲੁਧਿਆਣੇ ਤੋਂ ਚੱਲੀ, ਮੈਂ ਠੰਡ ਦੇ ਦਿਨ ਸੀ ਤੇ ਮੇਰਾ ਘਰ ਵਾਲਾ ਲੜੀ ਜਾਂਦਾ ਪਿਆ ਸੀ ਸ਼ਰਾਬ ਪੀ ਕੇ, ਤੇ ਮੈਂ ਨਾ ਬਹੁਤ ਮੁਸ਼ਕਿਲ ਸੀ ਤੇ ਮੈਂ ਆ ਗਈ। ਫਿਰ ਨਾ ਬ੍ਰਦਰ ਜੀ ਉਹਨਾਂ ਨੇ ਕਹਿੰਦੇ ਮੈਂ ਤੈਨੂੰ ਜਲੰਧਰ ਤੱਕ ਛੱਡ ਆਣਾ, ਉਹਦੇ ਅੱਗੇ ਮੈਂ ਨਹੀਂ ਜਾਣਾ ਚਰਚ ਵਿੱਚ। ਮੈਂ ਬ੍ਰਦਰ ਜੀ ਮੈਂ ਨਾ ਕਿਹਾ ਚਲੋ ਠੀਕ ਹੈ ਤੁਸੀਂ ਛੱਡ ਆਓ। ਫਿਰ ਮੈਨੂੰ ਅੱਡੇ ਤੱਕ ਆਏ ਤੇ ਉਹਨਾਂ ਨੇ ਨਾ ਮੈਨੂੰ, ਜਦੋਂ ਮੈਂ ਆਟੋ 'ਚ ਬੈਠੀ ਉੱਥੇ ਆ ਕੇ ਨਾ ਬ੍ਰਦਰ ਜੀ ਮੇਰੇ ਨਾਲ ਇੰਨਾ ਲੜੇ, ਮੈਨੂੰ ਉਂਗਲਾਂ ਦਿਖਾ ਦਿਖਾ ਕੇ ਕਹਿੰਦੇ ਕਿ ਜੇ ਬੇਟੀ ਠੀਕ ਨਹੀਂ ਨਾ ਹੋਈ ਤੇ ਮੈਂ ਤੇਰੀ ਵੀ ਲੱਤ ਤੋੜ ਦੇਣੀ ਆ, ਤੂੰ ਦੇਖ ਕੇ ਆ ਜਰਾ ਭਲਾ ਠੀਕ ਹੁੰਦੀ ਆ ਕਿ ਨਹੀਂ। ਮੈਂ ਬ੍ਰਦਰ ਜੀ ਉਸ ਦਿਨ ਇੰਨੀ ਪਰੇਸ਼ਾਨ ਸੀ, ਇੰਨੀ ਰੋ ਰਹੀ ਸੀ, ਤੇ ਮੈਂ ਨਾ ਮੈਨੂੰ ਉਸ ਦਿਨ ਇੱਦਾਂ ਲੱਗਦਾ ਵੀ ਸੀ ਜਿੱਦਾਂ ਨਾ ਕੋਈ ਮੈਨੂੰ ਖਿੱਚ ਕੇ ਲੈ ਕੇ ਜਾ ਰਿਹਾ, ਮੈਂ ਪਿੱਛੇ ਰੁਕਣ ਦਾ ਕੋਈ ਇਰਾਦਾ ਨਹੀਂ ਸੀ। ਫਿਰ ਬ੍ਰਦਰ ਜੀ ਮੈਂ ਰੁਕੀ ਨਹੀਂ, ਮੈਨੂੰ ਏਦਾਂ ਲੱਗੇ ਜਿੱਦਾਂ ਪਵਿੱਤਰ ਆਤਮਾ ਖਿੱਚ ਰਿਹਾ ਕਿ ਅੱਜ ਗੁੜੀਆ ਨੇ ਉੱਥੋਂ ਠੀਕ ਹੋਣਾ। ਫਿਰ ਮੈਂ ਨਾ ਇਹਨਾਂ ਨੇ ਨਾ ਮੈਨੂੰ ਟੈਂਪੂ ਭਰਿਆ ਹੋਇਆ ਸੀ, ਕਾਫੀ ਭੈਣਾਂ ਬੈਠੀਆਂ ਸੀ, ਉਹ ਮੇਰੇ ਘਰ ਵਾਲੇ ਦੇ ਅੱਗੇ ਹੱਥ ਜੋੜਦੀਆਂ ਪਈਆਂ ਸੀ ਕਿ ਪੁੱਤਰ ਤੂੰ ਆਪਣੀ ਕੁੜੀ ਨੂੰ ਦੇਖ, ਤੂੰ ਜਨਾਨੀ ਲੜਦਾ ਪਿਆ, ਤੇਰੀ ਕੁੜੀ ਦੀ ਇੰਨੀ ਬੁਰੀ ਹਾਲਤ ਹੈ, ਤੂੰ ਇੱਥੇ ਲੜਾਈ ਸੁਝਦੀ ਪਈ ਆ। ਪਰ ਉਹ ਮੇਰੇ ਨਾਲ ਲੜੀ ਜਾ ਰਹੇ ਸੀ, ਕਹਿੰਦੇ ਜੇ ਅੱਜ ਕੁੜੀ ਠੀਕ ਨਹੀਂ ਹੋਈ ਤੇ ਆ ਜਰਾ ਘਰ, ਤੇਰੀ ਵੀ ਮੈਂ ਲੱਤ ਤੋੜ ਦੇਣੀ। ਮੈਂ ਬ੍ਰਦਰ ਜੀ ਰੋਂਦੀ ਆਈ ਸੀ ਚਰਚ ਦੇ ਵਿੱਚ ਤੇ ਮੈਂ ਆ ਗਈ। ਉਹਨਾਂ ਨੇ ਸ਼ਰਾਬ ਵੀ ਬਹੁਤ ਪੀਤੀ ਹੋਈ ਸੀ। ਮੈਂ ਨਾ ਕਵਾਂ ਪਰਮੇਸ਼ਵਰ ਇਹਨਾਂ ਨੇ ਸ਼ਰਾਬ ਵੀ ਬਹੁਤ ਪੀਤੀ ਹੋਈ ਆ, ਤੇ ਜੇ ਵਾਪਸ ਚਲੇ ਗਏ ਕਿਸੇ ਚੀਜ਼ ਦੇ ਥੱਲੇ ਨਾ ਆਏ ਤੇ ਮੈਂ ਉਧਰ ਵੀ ਵਾਪਸ ਨਹੀਂ ਜਾ ਸਕਦੀ, ਮੈਂ ਕੁੜੀ ਨੂੰ ਛੱਡ ਕੇ ਵੀ ਇੱਧਰ ਨਹੀਂ ਮੁੜ ਨਹੀਂ ਸਕਦੀ। ਹੇ ਪਰਮੇਸ਼ਵਰ ਤੂੰ ਹੀ ਹੈ ਕਿ ਜੇ ਇਹਨੂੰ ਜਲੰਧਰ ਤੱਕ ਲੈ ਕੇ ਆਇਆ ਨਾ, ਇਹਨੂੰ ਚਰਚ ਤੱਕ ਵੀ ਤੂੰ ਹੀ ਲੈ ਕੇ ਆਣਾ। ਫਿਰ ਬ੍ਰਦਰ ਜੀ ਮੈਂ ਨਾ ਟੈਨਸ਼ਨ ਵਿੱਚ ਹੀ ਕਿ ਇਹਨਾਂ ਨੇ ਸ਼ਰਾਬ ਪੀਤੀ ਆ, ਬਹੁਤ ਜ਼ਿਆਦਾ ਪੀਤੀ ਹੋਈ ਸੀ। ਮੈਂ ਕਹਾਂ ਪਰਮੇਸ਼ਵਰ ਕਿਤੇ ਕਿਸੇ ਚੀਜ਼ ਥੱਲੇ ਨਾ ਆ ਜੇ, ਮੇਰੀ ਕੁੜੀ ਦਾ ਵੀ ਇੰਨਾ ਬੁਰਾ ਹਾਲ ਹੈ, ਮੈਂ ਪਿੱਛੇ ਵੀ ਨਹੀਂ ਮੁੜ ਸਕਦੀ। ਫਿਰ ਬ੍ਰਦਰ ਜੀ ਮੈਂ ਨਾ ਚਰਚ ਵਿੱਚ ਆ ਗਈ। ਮੈਂ ਪਹਿਲੀ ਵਾਰ ਆਈ ਸੀ ਤੇ ਆਹ ਵਾਲੀ ਸਟੇਟ ਬਣਦੀ ਪਈ ਸੀ ਜਿਹੜੀ ਪਹਿਲੇ ਸੀ, ਤੇ ਮੈਂ ਕੁਛ ਨਹੀਂ ਜਾਣਦੀ ਸੀ ਕਿੱਥੇ ਚਾਹ ਵਾਲੀ ਕੰਟੀਨ ਆ, ਕਿੱਥੇ ਕੀ ਆ। ਮੈਂ ਆ ਗਈ, ਨਾਲ ਮੇਰੇ ਜਠਾਣੀ ਆਏ ਸੀ ਤੇ ਅਸੀਂ ਐਮਰਜੈਂਸੀ ਹਾਲ ਵਿੱਚ ਬੈਠ ਗਏ। ਫਿਰ ਬ੍ਰਦਰ ਜੀ ਮੈਂ ਨਾ ਉੱਥੇ ਬੈਠ ਕੇ ਮੈਂ ਰੋਈ ਜਾਵਾਂ ਤੇ ਮੈਂ ਕਹਾਂ ਹੇ ਪਰਮੇਸ਼ਵਰ ਕਿ ਪਤਾ ਨਹੀਂ ਉਹਦਾ ਕੀ ਹਾਲ ਹੈ, ਪਤਾ ਨਹੀਂ ਘਰ ਪਹੁੰਚੇ ਜਾਂ ਨਹੀਂ ਪਹੁੰਚੇ। ਫਿਰ ਬ੍ਰਦਰ ਜੀ ਮੈਂ ਨਾ ਅੱਜ ਸੋਚਦੀ ਪਈ ਸੀ ਤੇ ਮੈਨੂੰ ਨਾ ਇੱਕ ਅਣਜਾਣ ਜਿਹੇ ਨੰਬਰ 'ਚ ਕਾਲ ਆਇਆ, ਕਹਿੰਦੇ ਕਿ ਸਿਸਟਰ ਜੀ ਤੁਸੀਂ ਚਰਚ ਵਿੱਚ ਬੈਠੇ ਹੋ। ਮੈਂ ਕਿਹਾ ਹਾਂਜੀ। ਕਹਿੰਦੇ ਇੱਦਾਂ ਨਾ ਕੋਈ ਬੰਦੇ ਨੇ ਬਹੁਤ ਸ਼ਰਾਬ ਪੀਤੀ ਹੋਈ ਆ, ਇੱਥੇ ਚਾਹ ਵਾਲੀ ਕੰਟੀਨ ਦੇ ਪਿੱਛੇ ਲੇਟਿਆ ਹੋਇਆ, ਬਹੁਤ ਮਿੱਟੀ ਲੱਗੀ ਹੋਈ ਆ, ਉਹਨਾਂ ਨੇ ਤੁਹਾਡਾ ਨੰਬਰ ਦਿੱਤਾ ਹੈ ਤੇ ਤੁਸੀਂ ਉਹਨੂੰ ਆ ਕੇ ਲੈ ਜਾਓ। ਤੇ ਮੈਂ ਬ੍ਰਦਰ ਜੀ ਬਹੁਤ ਖੁਸ਼ ਹੋਈ ਕਿ ਚਲੋ ਪਹੁੰਚ ਗਏ ਆ। ਫਿਰ ਬ੍ਰਦਰ ਜੀ ਮੈਂ ਨਾ ਉਹ ਮੈਨੂੰ ਕਹਿੰਦੇ ਚਾਹ ਵਾਲੀ ਕੰਟੀਨ ਲੱਗ ਗਈ ਆ ਜਾਓ, ਤੇ ਮੈਂ ਆਖਿਆ ਕਿ ਮੈਨੂੰ ਤਾਂ ਪਤਾ ਨਹੀਂ ਚਾਹ ਵਾਲੀ ਕੰਟੀਨ ਕਿੱਥੇ ਬ੍ਰਦਰ ਜੀ, ਮੈਂ ਪਹਿਲੀ ਵਾਰ ਆਈ ਆ। ਉਹ ਕਹਿੰਦੇ ਕਿਸੇ ਨੂੰ ਪੁੱਛ ਲਓ। ਤੇ ਫਿਰ ਬ੍ਰਦਰ ਜੀ ਮੈਂ ਨਾ ਉਹ ਕਹਿੰਦੇ ਤੁਹਾਨੂੰ ਸਟੇਟ ਬਣਦੀ ਪਈ ਆ, ਇੱਥੇ JCB ਲੱਗੀ ਤੁਹਾਨੂੰ ਦਿਖਦੀ ਪਈ ਆ। ਮੈਂ ਕਿਹਾ ਕਿ ਹਾਂਜੀ ਦਿਖਦੀ ਪਈ ਆ। ਫਿਰ ਮੈਂ ਨਾ ਇੱਥੇ ਆਈ ਉਹ ਮਸ਼ੀਨ ਦੇ ਲਾਗੇ, ਉਹ ਵੀ ਆ ਗਏ, ਉਹਨਾਂ ਨੇ ਮੈਨੂੰ ਹੱਥ ਮਾਰਿਆ ਤੇ ਮੈਨੂੰ ਨਾ ਇੱਥੇ ਸੁੰਨਸਾਨ ਪਈ ਸੀ ਚਾਹ ਵਾਲੀ ਕੰਟੀਨ ਦੇ ਪਿੱਛੇ, ਰਾਤ ਦਾ ਟਾਈਮ ਸੀ। ਮੈਨੂੰ ਕਹਿੰਦੇ ਸਿਸਟਰ ਜੀ ਸਾਡੇ ਪਿੱਛੇ ਆਓ, ਅਸੀਂ ਉਹਦੇ ਤੱਕ ਲੈ ਜਾਂਦੇ। आप बताइए क्या हुआ, उसके बाद क्या हुआ? ਉਹਦੇ ਬਾਅਦ ਨਾ ਮੈਂ ਬ੍ਰਦਰ ਜੀ ਉਹਨਾਂ ਦੇ ਪਿੱਛੇ ਗਈ ਤੇ आपके हस्बैंड जब चर्च में आ गए उसके बाद अभी उनका जीवन कैसा है?
ਉਹ ਫਿਰ ਬ੍ਰਦਰ ਜੀ ਉਹ ਨਾ ਹੁਣ ਮੇਰੇ ਨਾਲ ਵੀ ਜ਼ਿਆਦਾ ਉਹ ਵਿਸ਼ਵਾਸ ਕਰਦੇ ਆ ਉਹਨਾਂ ਨੇ ਬਪਤਾਈਜ਼ ਲੈ ਲਿਆ तारीफ करें सब जोर से तालियों के साथ सब जीवित परमेश्वर के नाम को महिमा दे जोर से हालेलुया सब परमेश्वर के नाम को महिमा दे क्योंकि परमेश्वर ने इनकी बेटी को हील किया इनके हस्बैंड को डिलीवर किया नशों से आजाद किया उन्हें चंगा किया आज पूरी फैमिली मसीह में है सब परमेश्वर के नाम को जोर से तालियों के साथ सब परमेश्वर के नाम को महिमा दे अपने हाथों को उठाते हुए सब परमेश्वर का थैंक्स करें तालियों के साथ जोर से जीवित परमेश्वर के नाम आप चल के देखिए बेटे चलिए सब जोर से अपने हाथों को उठाएं और थैंक्स करें परमेश्वर के नाम को महिमा दें तालियों के साथ सब जीवित परमेश्वर का थैंक्स करें सब जोर से परमेश्वर के नाम को महिमा दें इस हीलिंग के लिए इस गवाही के लिए इस चंगाई के लिए सब परमेश्वर का थैंक्स करें जीवित परमेश्वर के नाम को महिमा दें आज जितने भी अगर आप बीमार हैं आप व्हीलचेयर के ऊपर हैं शिकंजों के सारे हैं छड़ियों के सारे इमरजेंसी सेक्शन में बैठे हैं आज आपने प्रेयर को रिसीव करना है हमारा विश्वास है कि आज परमेश्वर आपको हील करेगा और आप भी इसी तरह अपनी व्हीलचेयर शिकंजों छड़ियों बेल्टों को छोड़ के अपनी गवाही देने के लिए आएंगे सब तालियों के साथ जोर से जीवित परमेश्वर के नाम को महिमा दे हीलिंग के लिए इस गवाही के लिए तालियों के साथ परमेश्वर का थैंक्स करते जाएं सब परमेश्वर के नाम को महिमा दे